सत श्री अकाल। पंजाबी रेडियो यूएसए वेख ते सुन रहे हो तुसीं ते प्रोग्राम है खबर ते नज़र। खबर ते नज़र प्रोग्राम दे विच मेरे नाल खबरां ते चर्चा करन दे लई हुंदे ने साडे नाल मिंटू गुरसरिया जी। बड़े चंगे तरीके दे नाल खबरां दा विश्लेषण हुंदा है। सब तो पहला उन्हां दा स्वागत करदे हां ते फिर एक एक करके वख-वख पहलुआं ते वख-वख खबरां ते चानना पावांगे। सत श्री अकाल मिंटू जी। जी शुक्रिया सारिਆਂ ਨੂੰ सत श्री अकाल जी। जी सो मिंटू जी जलंधर ਦੇ ਵਿੱਚ ਬੈਠੇ ਆ ਤੇ ਜਲੰਧਰ ਦੇ ਵਿੱਚ ਮਾਹੌਲ ਪੂਰਾ ਭਖਿਆ ਹੋਇਆ ਪਰ ਪੰਜਾਬ ਦੇ ਵਿੱਚ ਸਥਿਤੀ ਕਿਹੋ ਜੀ ਬਣਦੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਟਰੀਟ ਤੇ ਕੀ ਵਾਪਰ ਗਿਆ ਜੀ? ਹਾਂਜੀ ਦੇਖੋ ਕੱਲ ਵੀ ਖਬਰ ਆਈ ਸੀਗੀ ਕਿ ਉੱਥੇ ਇੱਕ ਬਲਾਸਟ ਹੋਇਆ ਵਾ। ਬਾਅਦ ਦੇ ਵਿੱਚ ਅੱਜ ਸਵੇਰੇ ਫੇਰ ਦੁਬਾਰਾ ਇੱਕ ਬਲਾਸਟ ਜਿਹੜਾ ਸੀਗਾ ਉਹਦੇ ਹੋਣ ਦੀ ਖਬਰ ਆਈ ਆ। ਤਾਂ ਇਹ ਵਾਕਿਆ ਦਿਲ ਨੂੰ ਬੇਚੈਨੀ ਵਾਲਾ ਮਾਮਲਾ ਹੈ। ਇਹ ਵਾਕਿਆ ਥੋੜਾ ਸੋਚਣ ਵਿਚਾਰਨ ਵਾਲਾ ਮਸਲਾ ਹੈ ਕਿ ਕੀ ਚੱਲਦਾ ਪਿਆ, ਕਿ ਹਿਸਾਬ ਲਾ ਲਓ ਕੁਝ ਘੰਟਿਆਂ ਦੇ ਅੰਦਰ ਅੰਦਰ ਇਹ ਸਾਰਾ ਕੁਝ ਹੋ ਗਿਆ। ਹੁਣ ਇਹ ਪੁਲਿਸ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਦੇਖੋ ਜੀ ਇਹ ਕਰੂਡ ਬੰਬ ਸੀਗਾ, ਮਤਲਬ ਕਿ ਸੰਕੇਤਕ ਤੌਰ ਤੇ ਇਦਾਂ ਲੱਗਦਾ ਆ ਕਿ ਬਈ ਇੱਥੇ ਕੋਈ ਡੈਟੋਨੇਟਰ ਵਗੈਰਾ ਤਾਂ ਬਰਾਮਦ ਨਹੀਂ ਹੋਇਆ, ਕੁਛ ਮੈਟਲ ਨੇ, ਮਤਲਬ ਕਿ ਉਹਦੇ ਤੋਂ ਸੰਕੇਤ ਮਿਲਦਾ ਹੈ ਇਹ ਬਹੁਤ ਘੱਟ ਡੈਂਸਿਟੀ ਵਾਲਾ ਬੰਬ ਸੀਗਾ, ਕਰੂਡ ਬੰਬ ਆ। ਡੀਜੀਪੀ ਯਾਦਵ ਕਹਿ ਰਹੇ ਆ ਕਿ ਹੁਣ ਜੇ ਦੇਖੋਗੇ ਤਾਂ ਹਾਲ ਦੀ ਘੜੀ ਕਿਸੇ ਮਕਸਦ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ, ਜਲਦਬਾਜ਼ੀ ਹੋਏਗੀ। ਅੱਤਵਾਦੀ ਦੀ ਕੋਈ ਘਟਨਾ ਹੈ, ਅੱਤਵਾਦੀ ਸ਼ਰਾਰਤ ਹੈ, ਪਰਸਨਲ ਐਂਗਲ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਧਿਆਨ ਚ ਰੱਖ ਕੇ ਅੱਗੇ ਵਧ ਰਹੇ ਹਾਂ। ਪਰ ਇਹ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੁਸ਼ਟੀ ਕਰ ਦਿੱਤੀ ਆ ਕਿ ਇਹ ਛੋਟਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਸਫੋਟ ਹੀ ਸੀਗਾ। ਇਹ ਘੱਟ ਸਮਰੱਥਾ ਵਾਲਾ ਐਕਸਪਲੋਸਿਵ ਸੀਗਾ ਜਿਹੜਾ ਕਿ ਅੰਜਾਮ ਦਿੱਤਾ ਗਿਆ ਹੈ। ਪਹਿਲੀ ਨਜ਼ਰੇ ਤਾਂ ਇਹ ਲੱਗਦਾ ਵੀ ਆ, ਹਾਲਾਂਕਿ ਦੇਖੋ ਜੋ ਪਹਿਲਾਂ ਇੱਕ ਧਮਾਕਾ ਹੋਇਆ ਸੀਗਾ ਉਹਨੂੰ ਇਹ ਮੰਨ ਕੇ ਚੱਲ ਰਹੇ ਸੀਗੇ ਕਿ ਸ਼ਾਇਦ ਰੈਸਟੋਰੈਂਟ ਦੀ ਚਿਮਨੀ ਦੇ ਵਿੱਚ ਕੋਈ ਬਲਾਸਟ ਹੋਇਆ, ਪਰ ਇਹ ਜਿਹੜਾ ਦੂਸਰਾ ਹੋ ਗਿਆ ਫਿਰ ਸਵੇਰੇ ਸਾਜਰੇ ਇਹਦੀ ਖਬਰ ਆ ਗਈ ਤਾਂ ਹੁਣ ਤਾਂ ਪੁਲਿਸ ਨੇ ਨਾਲ ਦੀ ਨਾਲ ਤੱਥ ਵੀ ਬਦਲ ਲਏ ਨਾ। ਪਹਿਲਾ ਜਿਹੜਾ ਸੀਗਾ ਉਹਨੂੰ ਤੇ ਕਹਿ ਰਹੇ ਸੀਗੇ ਕਿ ਇਹ ਚਿਮਨੀ ਦਾ ਬਲਾਸਟ ਹੋ ਸਕਦਾ ਆ, ਪਰੰਤੂ ਜਦੋਂ ਹੁਣ ਦੂਜਾ ਹੋ ਗਿਆ ਕੁਝ ਘੰਟਿਆਂ ਦੇ ਵਕਫੇ ਤੋਂ ਬਾਅਦ, ਕੁਝ ਘੰਟਿਆਂ ਦੇ ਅੰਦਰ ਅੰਦਰ ਹੀ, ਤਾਂ ਹੁਣ ਇਹਨਾਂ ਨੇ ਆਪਣੇ ਸਾਰੇ ਤੱਥ ਜਿਹੜੇ ਆ ਉਹ ਬਦਲ ਲਏ ਆ। ਹੁਣ ਦੇਖੋ ਗੁਰਪ੍ਰੀਤ ਜੀ ਇਹ ਸਮਝ ਤੋਂ ਬਾਹਰ ਆ। ਪਹਿਲੀ ਗੱਲ ਤੇ ਇਹ ਆ ਕਿ ਲਗਾਤਾਰ ਦੋ ਧਮਾਕੇ, ਹਾਲਾਂਕਿ ਥੋੜੇ ਬਹੁਤੇ ਜ਼ਖਮੀ ਹੋਏ ਨੇ ਲੋਕ, ਮਤਲਬ ਕਿ ਕੋਈ ਗੰਭੀਰ ਨਹੀਂ ਹੈ, ਪਰੰਤੂ ਦੱਸਦੇ ਆ ਕਿ 4-5 ਬੰਦਿਆਂ ਨੂੰ ਹਲਕੀਆਂ ਜਾਂ ਥੋੜੀਆਂ ਜੀਆਂ ਵਧੇਰੇ ਸੱਟਾਂ ਲੱਗੀਆਂ ਨੇ, ਕਿਉਂਕਿ ਐਕਸਪਲੋਸਿਵ ਤੇ ਐਕਸਪਲੋਸਿਵ ਹੈ ਨਾ। ਤੇ ਸੀਸੀਟੀਵੀ ਧਿਆਨ ਨਾਲ ਜੇਕਰ ਤੁਸੀਂ ਵੇਖੋਗੇ ਤਾਂ ਉੱਥੋਂ ਬੰਦੇ ਭੱਜਦੇ ਨਜ਼ਰ ਆਉਂਦੇ ਆ ਬਲਾਸਟ ਵਾਲੀ ਜਗ੍ਹਾ ਤੋਂ। ਤੇ ਇਹ ਸਾਰਾ ਕੁਝ ਜਿਹੜਾ ਹੈ ਉਹ ਸ਼ਨੀਵਾਰ ਦੇਰ ਰਾਤ ਕਹਿੰਦੇ ਕਿ ਕਰੀਬ 12 ਵਜੇ ਹੋਇਆ ਹੈਰੀਟੇਜ ਸਟਰੀਟ ਦੇ ਵਿੱਚ ਇਹ ਜਿਹੜਾ ਧਮਾਕਾ ਹੋਇਆ ਤੇ ਇਹਦੇ 'ਚ 5 ਤੋਂ 6 ਸ਼ਰਧਾਲੂ ਜ਼ਖਮੀ ਹੋਣ ਦੀ ਖਬਰ ਆ ਰਹੀ ਆ। ਸੀਸੀਟੀਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵਾਇਰਲ ਹੋਇਆ। ਤਾਂ ਗੱਲ ਇਹ ਆ ਕਿ ਹੁਣ ਇਹ ਤਾਂ ਵੇਖਣ ਦੀ ਜਾਂ ਵਿਚਾਰਨ ਦੀ ਲੋੜ ਆ ਕਿ ਅਜਿਹਾ ਕਿਉਂ ਹੋ ਰਿਹਾ, ਕਿਉਂਕਿ ਕੁਝ ਘੰਟਿਆਂ ਦੇ ਅੰਤਰਾਲ ਤੇ, ਕੁਝ ਘੰਟਿਆਂ ਦੇ ਵਕਫੇ ਤੇ ਇਸ ਤਰ੍ਹਾਂ ਦੂਸਰਾ ਬਲਾਸਟ ਹੋ ਜਾਣਾ ਉਹ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਵੀ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ, ਕਿਉਂਕਿ ਉੱਥੇ ਸਿਕਿਉਰਿਟੀ ਹੁੰਦੀ ਆ, ਪੈਰ ਪੈਰ ਤੇ ਕੈਮਰੇ ਆ, ਫਿਰ ਇਹ ਦੂਸਰਾ ਲਗਾਤਾਰ ਵਿਸਫੋਟ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿਕਿਉਰਿਟੀ ਤੇ ਵੀ ਸਵਾਲ ਹੈ। ਤੇ ਦੂਜਾ ਇਹ ਐਂਗਲ ਵੀ ਹੁਣ ਵੇਖਣਾ ਹੋਏਗਾ ਕਿ ਜਲੰਧਰ ਜ਼ਿਮਨੀ ਚੋਣ ਤੋਂ ਕੁਝ ਘੰਟੇ ਪਹਿਲਾਂ ਅਜਿਹਾ ਹੁੰਦਾ ਹੈ, ਇਹ ਕੀ ਇਸ ਤਰ੍ਹਾਂ ਦੀ ਕੋਈ ਗੜਬੜੀ ਦਾ ਕੋਈ ਮਤਲਬ ਕਿ ਇਹਦਾ ਕੋਈ ਪੋਲੀਟੀਕਲ ਐਂਗਲ ਹੈ ਜਾਂ ਕੋਈ ਹੁਣ ਦਰਬਾਰ ਸਾਹਿਬ ਦੇ ਬਾਹਰ ਇਸ ਤਰ੍ਹਾਂ ਦਾ ਕੋਈ ਵਿਸਫੋਟ ਕਰਨ ਦਾ ਮਕਸਦ ਕੋਈ ਹੋਰ ਹੈ, ਇਹ ਕੀ ਹੈ? ਕਿਉਂਕਿ ਇਹ ਤੁਹਾਨੂੰ ਪਤਾ ਹੈ ਦੇਖੋ ਜੋ ਦਰਬਾਰ ਸਾਹਿਬ ਆ ਪੂਰੇ ਸੰਸਾਰ ਦੇ ਵਿੱਚ ਇੱਕ ਪ੍ਰਸਿੱਧੀ ਹੈ ਇਸ ਰੂਹਾਨੀਅਤ ਦੇ ਕੇਂਦਰ ਦੀ, ਇਸ ਮਹਾਨ ਜਗ੍ਹਾ ਦੀ। ਤਾਂ ਕੀ ਕੁਝ ਐਸਾ ਵੈਸਾ ਤਾਂ ਨਹੀਂ ਹੈ? ਇਸ ਪੱਖ ਤੋਂ ਵੀ ਸੋਚਿਆ ਜਾ ਸਕਦਾ ਆ ਜਾਂ ਕੋਈ ਹੋਰ ਕੋਈ ਗੜਬੜੀ ਆ। ਇਹ ਤਾਂ ਹੁਣ ਚਲੋ ਪੁਲਿਸ ਹੀ ਇਹਦੇ ਤੇ ਕੋਈ ਨਤਾਰਾ ਕਰ ਸਕਦੀ ਆ, ਪਰ ਗੱਲ ਇਹ ਆ ਕਿ ਪੁਲਿਸ ਲਗਾਤਾਰ ਇਸ ਰਾਜ ਦੇ ਵਿੱਚ, ਜੇ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ, ਉਹ ਦਾਅਵੇ ਜ਼ਰੂਰ ਕਰਦੀ ਹੈ। ਡੀਜੀਪੀ ਸਾਹਿਬ ਅੱਜ ਫੇਰ ਸਾਹਮਣੇ ਆਏ
ਸਾਰਾ ਕੁਝ ਓਕੇ ਹੋਣ ਦਾ ਦਾਵਾ ਕਰ ਗਿਆ, ਸਾਰਾ ਕੁਝ ਠੀਕ ਠਾਕ ਰਹਿਣ ਦਾ ਦਾਵਾ ਕਰ ਗਿਆ, ਪਰ ਗੱਲ ਇਹ ਹੈ ਕਿ ਘਟਨਾ ਦਰ ਘਟਨਾ ਫੇਰ ਕੁਝ ਨਾ ਕੁਝ ਵਾਪਰ ਜਾਂਦਾ ਹੈ। ਦਰਬਾਰ ਸਾਹਿਬ ਦੇ ਲਾਗੇ ਇਸ ਤਰ੍ਹਾਂ ਦਾ ਵਾਪਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਜ਼ਿਆਦਾ ਚਿੰਤਾਜਨਕ ਸਬਬ ਆ। ਬਾਕੀ ਦੇਖੋ ਹੁਣ ਜਾਂਚ ਪੜਤਾਲ ਕਿੱਧਰ ਨੂੰ ਤੁਰਦੀ ਹੈ, ਪਰ ਇਹ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਦੇਖੀਏ ਤਾਂ ਵੱਡੀਆਂ ਘਟਨਾਵਾਂ 'ਚ ਹੀ ਇਸ ਨੂੰ ਆਪਾਂ ਸ਼ੁਮਾਰਤ ਕਰਾਂਗੇ ਜੀ। ਸੋ ਉੱਥੇ ਡੀਜੀਪੀ ਸਾਹਿਬ ਆਏ, ਕਹਿੰਦੇ ਬਾਕੀ ਸਾਰਾ ਕੁਝ ਸਹੀ ਚੱਲ ਰਿਹਾ ਹੈ, ਇਸ ਦੀ ਤਫਤੀਸ਼ ਹੋਵੇਗੀ। ਪਰ ਜਿਹੜੇ ਦੂਜਾ ਧਮਾਕਾ ਵੀ ਹੋ ਗਿਆ, ਪਹਿਲੇ ਦੀ ਹਾਲੇ ਤਫਤੀਸ਼ ਫੋਰੈਂਸਿਕ ਜਾਂਚ ਨੇ ਜਿਹੜੀ ਰਿਪੋਰਟ ਦੇਣੀ ਹੁੰਦੀ ਆ ਉਹ ਹਾਲੇ ਤੱਕ ਦਿੱਤੀ ਨਹੀਂ ਸੀ। ਉਸ ਤੋਂ ਬਾਅਦ ਅਗਲਾ ਵੀ ਸੋਮਵਾਰ ਨੂੰ ਹੋ ਗਿਆ। ਨਹੀਂ ਸਰ, ਫੋਰੈਂਸਿਕ ਜਾਂਚ ਕਾਦੀ ਹੈ? ਮੈਂ ਇਹਨਾਂ ਨੂੰ ਦੇਖ ਰਿਹਾ ਸੀਗਾ, ਜਿਹੜਾ ਮਤਲਬ ਕਿ ਦੇਖੋ ਜਿਹੜਾ ਇਸ ਤਰ੍ਹਾਂ ਦਾ ਵਿਸਫੋਟ ਹੁੰਦਾ ਹੈ ਨਾ, ਪਹਿਲੀ ਗੱਲ ਹੈ ਉਸ ਥਾਂ ਨੂੰ ਕਵਰ ਕਰਨਾ ਹੁੰਦਾ ਹੈ। ਦੂਜੀ ਗੱਲ ਇਹ ਹੈ ਕਿ ਪੁਲਿਸ ਵਾਲੇ ਮੈਟਲ ਦੇ ਟੁਕੜੇ ਹੱਥਾਂ 'ਚ ਫੜੀ ਫਿਰਦੇ ਆ। ਫਿਰ ਤੀਜੀ ਗੱਲ ਕਿ ਜਿਹੜੇ ਉੱਥੋਂ ਕੈਮੀਕਲ ਡੁੱਲੇ ਉਹ ਇਹਨਾਂ ਤੋਂ ਸੰਭਾਲ ਨਹੀਂ ਹੋਏ ਕਿਉਂਕਿ ਮੀਂਹ ਗਣੀ ਪੈ ਰਿਹਾ ਸੀਗਾ। ਤਾਂ ਸਾਇੰਟੀਫਿਕ ਤਰੀਕੇ ਦੇ ਨਾਲ ਜਿਹੜੀ ਪੜਤਾਲ ਹੋਣੀ ਹੁੰਦੀ ਹੈ, ਇਹ ਤੇ ਉੱਥੇ ਜਿਹੜੇ ਐਵੀਡੈਂਸ਼ੀਅਲ ਚੀਜ਼ਾਂ ਦੇ ਕਲੈਕਸ਼ਨ ਦੇ ਮਾਮਲੇ 'ਚ ਜਾਨੀ ਜਿਹੜੀਆਂ ਚੀਜ਼ਾਂ ਕਲੈਕਟ ਕਰਨੀਆਂ ਹੁੰਦੀਆਂ, ਮੌਕਾ ਵਾਰਦਾਤ ਜਿਹੜੀ ਹੁੰਦੀ ਹੈ ਉੱਥੋਂ ਉਹਦੇ 'ਚ ਹੀ ਫੇਲ ਹੋ ਜਾਂਦੇ ਨੇ। ਜੀ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜ਼ਰੂਰੀ ਹੈ ਇਹਨਾਂ ਨੂੰ ਇੱਕ ਮਤਲਬ ਕਿ ਟ੍ਰੇਨਿੰਗ ਦਾ ਪਾਰਟ ਬਣਾਉਣਾ ਚਾਹੀਦਾ ਕਿ ਕਿਸ ਤਰ੍ਹਾਂ ਮੌਕੇ ਦੇ ਜਿਹੜੇ ਸਾਰੇ ਸਬੂਤ ਆ ਉਹਨਾਂ ਨੂੰ ਮਤਲਬ ਜਿੱਦਾਂ ਸੰਭਾਲਣਾ। ਇਹ ਤਾਂ ਬੂਟ ਬਾਟ ਲੈ ਕੇ ਤੇ ਉਦਾਂ ਹੀ ਚੜ ਜਾਂਦੇ ਨੇ ਜਾ ਕੇ ਜਗ੍ਹਾ ਤੇ। ਜੀ ਜੀ ਜੀ, ਇਹ ਤਾਂ ਹੈ। ਸੋ ਆਪਾਂ ਹੁਣ ਅੰਮ੍ਰਿਤਸਰ ਤੋਂ ਥੋੜਾ ਜਿਹਾ ਇੱਧਰ ਨੂੰ ਜਲੰਧਰ ਵਾਲੇ ਬੰਨੇ ਨੂੰ ਆਈਏ। ਜਲੰਧਰ ਦੇ ਵਿੱਚ ਕਿਹੜੇ ਰਸਤੇ? ਆਪਾਂ ਬਿਆਸ ਵਾਲੇ ਰਸਤੇ ਆ ਜਾਂਦੇ ਆ। ਠੀਕ ਹੈ ਜੀ 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 ਜੀ। ਸੋ ਉੱਥੇ ਆਈਏ ਜਲੰਧਰ ਦੇ ਵਿੱਚ, ਜੇ ਤਾਂ ਕਹਿੰਦੇ ਚੋਣ ਪ੍ਰਚਾਰ 6 ਵਜੇ ਗਿਆ ਥੰਮ, ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਵੱਲੋਂ ਤਾਂ ਪੂਰਾ ਜ਼ੋਰ ਲਾ ਲਿਆ। ਸੋ ਕੀ ਬਣੂਗਾ ਹੁਣ ਜੀ? ਮੈਂ ਤੁਹਾਨੂੰ ਪੁੱਛ ਲਵਾਂ ਕਿ ਤੁਸੀਂ ਜਲੰਧਰ ਹੀ ਹੋ ਤਾਂ ਤੁਸੀਂ ਕੀ ਸੋਚਦੇ ਹੋ ਕਿ ਕੀ ਬਣੂਗਾ? ਜੀ ਇਸ ਸਮੇਂ ਮਾਹੌਲ ਤਾਂ ਜੀ ਚਰਮ ਤੇ ਹੈ ਆਪਣੇ, ਹਰ ਕੋਈ ਲੱਗਾ ਹੋਇਆ ਜ਼ੋਰ ਲਾਉਣ। ਬਾਕੀ ਮੇਰਾ ਮੰਨਣਾ ਹੈ, ਦੇਖੋ ਤੁਸੀਂ ਦੱਸ ਸਕਦੇ ਹੋ। ਨਹੀਂ, ਮੇਰਾ ਮੰਨਣਾ ਇਹ ਤਾਂ ਇਹੋ ਆ, ਦੇਖੋ ਹੁਣ ਜਲੰਧਰ ਦੀ ਜ਼ਿਮਨੀ ਚੋਣ ਦੀ ਟੱਕਰ ਜਿਹੜੀ ਫਸਵੀਂ ਉਹ ਕਾਂਗਰਸ ਦੇ ਨਾਲ ਹੈ, ਆਮ ਆਦਮੀ ਪਾਰਟੀ ਦੀ, ਤੇ ਉਧਰ ਤੀਜੇ ਚੌਥੇ ਦਾ ਜ਼ੋਰ ਆ ਜਿੰਨਾ ਕੁ ਲੱਗਦਾ ਹੈ ਕਿ ਉਹ ਅਕਾਲੀ ਬਸਪਾ ਭਾਜਪਾ। ਜੀ ਜਿੱਤ ਹਾਰ ਜਿਹੜੀ ਹੈ ਉਹ ਨਿਰਭਰ ਕਰੇਗੀ ਤੀਜੇ ਤੇ ਚੌਥੇ ਦੇ ਵਿਚਾਲੇ। ਭਾਰਤੀ ਜਨਤਾ ਪਾਰਟੀ ਜੇਕਰ ਸ਼ਹਿਰੀ ਇਲਾਕਿਆਂ ਚੋਂ ਵੋਟ ਕਟਵਾ ਸਾਬਤ ਹੁੰਦੀ ਹੈ ਤਾਂ ਉਹਦਾ ਨੁਕਸਾਨ ਡੈਫੀਨੇਟਲੀ ਇੱਕ ਧਿਰ ਜਿਹੜੀ ਹੈ ਇਹਨਾਂ ਦੋਨਾਂ ਚੋਂ ਜਿਹੜੀ ਟੌਪ ਤੇ ਰਹੇਗੀ ਤਾਂ ਇਹ ਇਹਨਾਂ ਚੋਂ ਇੱਕ ਧਿਰ ਨੂੰ ਨੁਕਸਾਨ ਹੋਏਗਾ। ਸੋ ਇਹ ਭਾਜਪਾ ਦਾ ਫੈਕਟਰ ਹੈ ਮੇਰੀ ਨਜ਼ਰ ਜਿੰਨਾ ਕੋ ਮੈਂ ਸਮਝ ਰਿਹਾ ਜਲੰਧਰ ਦੀ ਚੋਣ ਨੂੰ, ਕਿ ਮੈਨੂੰ ਤਾਂ ਇਹੀ ਲੱਗ ਰਿਹਾ। ਹਾਲਾਂਕਿ ਕੁਝ ਇਹ ਵੀ ਮੰਨਦੇ ਨੇ ਕਿ ਅਕਾਲੀ ਦਲ ਬਹੁਤ ਜਲਦੀ ਉੱਥੇ ਗਰੋ ਕੀਤਾ ਹੈ ਤੇ ਆਮ ਆਦਮੀ ਪਾਰਟੀ ਪਿੱਛੇ, ਪਰ ਮੈਂ ਉਸ ਚੀਜ਼ ਦੇ ਨਾਲ ਥੋੜਾ ਜਿਹਾ ਡਿਫਰ ਕਰਦਾ ਕਿ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਕਿਸੇ ਕਿਸਮ ਦੀ ਟੱਕਰ ਤੋਂ ਬਾਹਰ ਹੈ। ਟੱਕਰ ਦੇ ਵਿੱਚ ਟੌਪ ਦੀ ਟੱਕਰ ਹੈ, ਤਕੋਨੀ ਮੁਕਾਬਲਾ ਹੋ ਸਕਦਾ ਹੈ। ਬਾਕੀ ਦੇਖੋ ਜਿੱਤ ਹਾਰ ਜਿਹੜੀ ਪਿਛਲਾ ਜਿਹੜਾ ਵੀ ਜੇ ਤੁਸੀਂ ਵਿਕਟਰੀ ਮਾਰਜਨ ਦੇਖੋਗੇ 19,400 ਵੋਟ ਦਾ ਸੀਗਾ ਚੌਧਰੀ ਸੰਤੋਖ ਸਿੰਘ ਜਦੋਂ ਜਿੱਤੇ ਨੇ, ਤਾਂ ਲੜਾਈ ਉਦੋਂ ਵੀ ਬਹੁਤ ਤਗੜੀ ਸੀਗੀ, ਬਹੁਤ ਜ਼ਬਰਦਸਤ ਲੜਾਈ ਸੀਗੀ। ਪਰ ਹੁਣ ਦੇਖਣਾ ਇਹ ਹੋਏਗਾ ਕਿ ਉਸ ਵੇਲੇ ਤੇ ਮੇਰੇ ਖਿਆਲ ਨਾਲ ਜਿਹੜੇ ਇਹਨਾਂ ਦੇ ਕੈਂਡੀਡੇਟ ਸਨ ਉਹ ਸਨ ਜੋਰਾ ਸਿੰਘ ਜੀ, ਜਸਟਿਸ ਜੋਰਾ ਸਿੰਘ ਜੀ, ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ, ਤਾਂ ਉਹ ਮਤਲਬ ਕਿ ਇਹਨਾਂ ਦੇ ਕੈਂਡੀਡੇਟ ਨੂੰ ਤਾਂ ਵੋਟ ਹੀ ਸਾਰਾ 2-2.5% ਪਿਆ ਸੀਗਾ ਜੀ। ਐਤਕੀ ਇਹ ਹੁਣ ਦੇਖਣਾ ਹੋਏਗਾ ਨਾ ਕਿ ਇਹ ਕਿੱਥੋਂ ਤੱਕ ਜਾਂਦੇ ਨੇ। ਸੋ ਇਹ ਸਾਰੀਆਂ ਗੱਲਾਂ ਨੇ, ਇਹਨਾਂ ਦੀ ਹੁਣ ਦੇਖਦੇ ਆ ਕਿ ਕੀ ਹਕੀਕਤ ਰਹਿੰਦੀ ਆ, ਕਿਉਂਕਿ ਦਾਅਵੇ ਤਾਂ ਜਿੱਦਾਂ ਹੁਣ ਤੁਸੀਂ ਕਿਹਾ ਕਿ ਸਾਰਿਆਂ ਨੇ ਕੀਤੇ ਆ। ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਗਰਮ ਦਿਨ ਸੀਗਾ। ਵੈਸੇ ਵੀ ਮੀਂਹ ਕਣੀ ਨੇ ਐਤਕੀ ਲੀਡਰਾਂ ਨੂੰ ਥੋੜਾ ਸੁੱਖ ਦਾ ਸਾਥ ਦਵਾਇਆ, ਚੰਗਾ ਕੰਪੇਨ ਕੀਤਾ, ਗੱਡਵਾ ਕੰਪੇਨ ਕੀਤਾ। ਤਾਂ ਕੰਪੇਨ ਤਾਂ ਦੇਖੋ ਆਮ ਆਦਮੀ ਪਾਰਟੀ ਗਵਰਨੈਂਸ ਦੇ ਮਾਮਲੇ 'ਚ ਜੇ ਦੇਖੋਗੇ ਤਾਂ ਉਹੀ ਮਾਡਲ ਪੇਸ਼ ਕਰ ਰਹੀ ਹੈ। ਅਸੀਂ ਇਹ ਕੀਤਾ ਜੀ, ਅਸੀਂ ਇਹ ਕੀਤਾ, ਸਾਨੂੰ ਥੋੜਾ ਹੋਰ ਸਮਾਂ ਦਿਓ। ਜੇ ਕਾਂਗਰਸ ਨੂੰ ਦੇਖੋਗੇ ਤਾਂ ਕਾਂਗਰਸ ਚੌਧਰੀ ਸੰਤੋਖ ਸਿੰਘ ਉਹਨਾਂ ਦੇ ਪਰਿਵਾਰ ਦੇ ਦਮ ਤੇ ਹੀ ਲੜਦੀ ਨਜ਼ਰ ਆਏਗੀ। ਜੇ ਅਕਾਲੀ ਦਲ ਬਸਪਾ ਨੂੰ ਦੇਖੋਗੇ ਤਾਂ ਉਹ ਇਹਨਾਂ ਨੂੰ ਨਿੰਦ ਕੇ ਕਿ ਹਾਂ ਬਈ ਇਹਨਾਂ ਦਾ ਜਿਹੜਾ ਕੰਮ ਆ ਉਹ ਗਲਤ ਆ, ਇਹਨਾਂ ਦੇ ਕੰਮ ਨੂੰ ਨਕਾਰ ਕੇ ਉਹ ਅੱਗੇ ਵਧ ਰਹੇ ਨੇ। ਭਾਜਪਾ ਪ੍ਰਧਾਨ ਮੰਤਰੀ ਦੇ ਫੇਸ ਨੂੰ ਮੋਹਰੇ ਰੱਖ ਕੇ ਅੱਗੇ ਵਧ ਰਹੀ ਹੈ। ਇਹਨਾਂ ਚੋਂ ਹੁਣ ਦੇਖੋ ਗੱਲਾਂ ਕੁਝ ਵੀ ਆ, ਪਹਿਲੇ ਨੰਬਰ ਤੇ ਆ, ਦੂਜੇ ਤੀਜੇ ਤੇ ਇਹ ਟੱਕਰ ਦੇ ਵਿੱਚ ਤਾਂ ਇਹ ਚਾਰ ਲੱਗਦੇ ਆ। ਹੁਣ ਟੌਪ ਤੇ ਕਿਹੜਾ ਜਾਏਗਾ ਵੋਟਾਂ ਬਾਅਦ ਚ ਤੈਅ ਕਰਨਗੀਆਂ।
परंतु जे तुसी देखोगे ਤਾਂ ਇੱਕ ਲੀਡਰਾਂ ਦੀ ਜਿਹੜੀ ਉਹ ਹੁੰਦੀ ਆ ਸਿਆਸੀ ਕਹਿ ਲਓ ਕਿ ਜਿਹੜੀ ਆਪਸ ਦੇ ਵਿੱਚ ਫਾਈਟ ਉਹਦੇ ਚ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਲੋਕਲ ਮੁੱਦੇ ਹੁੰਦੇ ਆ ਨਾ ਜਦੋਂ ਉੱਥੇ ਕਿਉਂਕਿ ਹੁਣ ਟੌਪ ਦੀ ਲੀਡਰਸ਼ਿਪ ਗਈ ਹੋਈ ਆ ਅਕਾਲੀਆਂ ਦੇ ਵੀ ਕਾਂਗਰਸੀਆਂ ਦੇ ਵੀ ਭਾਰਤੀ ਜਨਤਾ ਪਾਰਟੀ ਦੇ ਤਾਂ ਮੈਨੂੰ ਲੱਗਦਾ ਅੱਧੀ ਦਰਜਨ ਕੇਂਦਰੀ ਮੰਤਰੀ ਬੈਠੇ ਹੋਏ ਆ ਜਲੰਧਰ ਦੇ ਵਿੱਚ ਜੀ ਜੀ ਤਾਂ ਗੱਲ ਕੀ ਹੈ ਕਿ ਕਈ ਵਾਰ ਉਹ ਲੋਕਲ ਮੁੱਦੇ ਜਿੱਦਾਂ ਹੁਣ ਸਪੋਰਟਸ ਇੰਡਸਟਰੀ ਉਹਦਾ ਉਜਾੜਾ ਸਮਾਰਟ ਸਿਟੀ ਦੇ ਨਾਂ ਤੇ ਜੋ ਸਮਾਰਟ ਪਾਪ ਕੀਤਾ ਇਹਨਾਂ ਨੇ ਕਰਪਸ਼ਨ ਕੀਤੀ ਹੈ ਉਹਦਾ ਮਤਲਬ ਕਿ ਕੋਈ ਜਵਾਬ ਦਾਵਾ ਨਹੀਂ ਹੈਗਾ ਕਿਸੇ ਕੋਲ ਕੋਈ ਉਹਦੇ ਤੇ ਕਾਰਵਾਈ ਨਹੀਂ ਹੈ ਹੋਰ ਲਤੀਫਪੁਰਾ ਮਾਮਲਾ ਜੇ ਤੁਸੀਂ ਦੇਖੋਗੇ ਹੋਰ ਬਹੁਤ ਸਾਰੇ ਮਾਮਲੇ ਨੇ ਜਿਹੜੇ ਮਤਲਬ ਕਿ ਲੋਕਲ ਪੱਧਰ ਤੇ ਉਹਨਾਂ ਤੇ ਕੋਈ ਇੰਨੀ ਖਾਸ ਗੱਲ ਨਹੀਂ ਹੋਈ ਜੀ 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 परंतु ਵੱਡੀ ਲੀਡਰਸ਼ਿਪ ਜਦੋਂ ਜਾਂਦੀ ਹੈ ਤਾਂ ਫਿਰ ਤੁਹਾਨੂੰ ਪਤਾ ਟਾਕਰਾ ਵੱਡਾ ਹੁੰਦਾ ਸ਼ਬਦਾਂ ਦਾ ਸੋ ਇਸ ਕਰਕੇ ਦੇਖਦੇ ਆ ਜੀ ਇਹ ਤਾਂ ਹੁਣ ਆਪੋ ਆਪਣੀ ਦੇਖਣ ਦੀ ਕਹ ਲਓ ਆਬਜ਼ਰਵੇਸ਼ਨ ਆ ਦੇਖਣ ਦਾ ਆਪਣਾ ਦ੍ਰਿਸ਼ਟੀਕੋਣ ਆ ਬਾਕੀ ਹੁਣ ਤਾਂ ਉਹ ਕਹਿੰਦੇ ਹੁੰਦੇ ਸੀਗੇ ਨਾ ਗੱਲ ਸੁਣਾਉਂਦੇ ਹੁੰਦੇ ਸੀ ਨਾਈਆ ਮੇਰੇ ਵਾਲ ਕਿੱਡੇ ਕੋ ਉਹਨਾਂ ਨੇ ਕਿਹਾ ਕਿ ਬਸ 2 ਮਿੰਟ ਠਹਿਰ ਜਾ ਤੇਰੀ ਝੋਲੀ 'ਚ ਹੀ ਆ ਜਾਣੇ ਆ ਹੁਣ ਤਾਂ ਇਹ ਕਿਆਫੇ ਨੇ ਆਪੋ ਆਪਣੀ ਬੁੱਧੀ ਅਨੁਸਾਰ ਆਪਣੀ ਮੱਤ ਅਨੁਸਾਰ ਅਸਲੀ ਰਿਜ਼ਲਟ ਤਾਂ ਫਿਰ ਹੁਣ 12 ਤਰੀਕ ਨੂੰ ਆ ਹੀ ਜਾਣਾ ਜੀ जी जी सो ये तो पता लगू 12 नहीं 13 ਨੂੰ ਜੀ 13 ਨੂੰ ਪਤਾ ਲੱਗ ਜੂ ਨਹੀਂ 12 ਨੂੰ ਕਿ 13 ਨੂੰ ਕਿਉਂਕਿ ਰਿਜ਼ਲਟ ਕਰਨਾਟਕ ਵਾਲਾ ਵੀ 12 ਨੂੰ ਆਉਣਾ ਮੇਰੇ ਖਿਆਲ ਦੇ ਨਾਲ ਚੈੱਕ ਕਰ ਲਿਓ ਜੀ ਵੈਸੇ ਤਾਂ ਸ਼ਾਇਦ 13 ਦਾ ਦੱਸ ਰਹੇ ਨੇ ਬਾਕੀ ਪਤਾ ਲੱਗ ਜੂ ਜਦੋਂ ਪਾਣੀ ਨਿਤਰੂਗਾ ਪਰ ਆਪਾਂ ਅੱਗੇ ਵਧੀਏ ਮੂਸੇ ਵਾਲੇ ਦੇ ਮਾਪੇ ਜਲੰਧਰ ਦੇ ਵਿੱਚ 2 ਦਿਨ ਲਾ ਕੇ ਗਏ ਨੇ ਕਿਹਾ ਤਾਂ ਜਾ ਰਿਹਾ ਕਿ ਸੱਟ ਭਾਰੀ ਮਾਰ ਗਏ ਨੇ ਸੱਤਾਧਾਰੀ ਪਾਰਟੀ ਨੂੰ ਪਰ दावे ये भी हो रहे हैं कि उन्होंने हिरासत दे विच या फिर उन्होंने नजरबंद किया गया की माजरा है देखो ਉਹਦਾ ਜਿਹੜਾ ਮਾਮਲਾ ਹੈ ਨਾ ਉਹ ਕਾਫੀ ਰੌਲਾ ਪਿਆ ਸੀਗਾ ਕਾਫੀ ਜ਼ਿਆਦਾ ਰੌਲਾ ਪੈ ਗਿਆ ਕਿ ਭਾਈ ਇਦਾਂ ਹੋ ਗਿਆ ਉਦਾਂ ਹੋ ਗਿਆ ਪਰ ਜਦੋਂ ਸਾਡੀ ਟੀਮ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਸੀਗਾ ਤਾਂ ਉਹਨਾਂ ਨੇ ਦੱਸਿਆ ਸੀਗਾ ਕਿ ਉਹ ਠੀਕ ਠਾਕ ਨੇ ਨਾ ਹੀ ਉਹਨਾਂ ਦਾ ਕੋਈ ਜਲੰਧਰ ਜਾਣ ਦਾ ਅੱਜ ਪ੍ਰੋਗਰਾਮ ਸੀਗਾ ਉਹ ਤਾਂ ਦੱਸਿਆ ਕਿ ਦੋਨਾਂ ਜੀਆਂ ਚੋਂ ਇੱਕ ਘਰੇ ਹੈ ਤੇ ਦੂਸਰਾ ਦਵਾਈ ਲੈਣ ਗਿਆ ਹੋਇਆ ਇਹ ਗੱਲ ਕਿੱਥੋਂ ਨਿਕਲੀ ਆ ਹੁਣ ਸਮਝ ਤੋਂ ਪਰੇ ਆ ਜੀ ਸਮਝ ਤੋਂ ਪਰੇ ਆ ਕਿ ਇਹੋ ਜੀਆਂ ਅਫਵਾਹਾਂ ਜਿਹੜੀਆਂ ਨੇ ਉਹ ਕਿਉਂ ਲੋਕ ਛੱਡਦੇ ਦੇ ਅਸਲ ਦੇ ਵਿੱਚ ਕੀ ਹੈ ਕਿ ਜਲੰਧਰ ਦੇ ਹੀ ਇੱਕ ਸਥਾਨਕ ਕਾਂਗਰਸੀ ਨੇ ਦਾਅਵਾ ਕਰ ਦਿੱਤਾ ਜਿਹੜਾ ਕਿ ਜੇ ਤੁਸੀਂ ਦੇਖੋਗੇ ਤਾਂ ਬਈ ਖਬਰਾਂ 'ਚ ਵੀ ਅੱਜ ਖਾਸਾ ਲੱਗਿਆ ਪਿਆ ਤਾਂ ਉਹਨੇ ਇਹ ਦਾਅਵਾ ਕਰ ਦਿੱਤਾ ਕਿ ਇਹ ਜਲੰਧਰ ਨੂੰ ਜਦ ਆ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਕਸਟਡੀ 'ਚ ਲੈ ਲਿਆ ਜੀ ਤੇ ਉਸ ਤੋਂ ਬਾਅਦ ਅਣਦੱਸੀ ਥਾਂ ਤੇ ਲੈ ਗਏ ਨੇ ਤੇ ਗੱਲ ਜਿਹੜੀ ਹੈ ਕਿ ਕੋਈ ਸਮਝ ਨਹੀਂ ਆ ਰਹੀ ਜੀ ਖੈਰ ਤਾਂ ਇਸ ਮਾਮਲੇ ਦੇ ਵਿੱਚ ਫਿਰ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਨਹੀਂ ਕੋਈ ਇਹੋ ਜਿਹਾ ਤਾਂ ਹੈ ਹੀ ਨਹੀਂ ਸੀਗਾ ਅੱਜ ਦਾ ਪ੍ਰੋਗਰਾਮ ਹੀ ਹੈ ਨਹੀਂ ਸੀਗਾ ਤੇ ਹੁਣ ਸਾਫ਼ ਹੋ ਗਿਆ ਸਪਸ਼ਟ ਹੋ ਗਿਆ ਕਿ ਇਹ ਅਫਵਾਹ ਸੀ ਪਰ ਇਹ ਅਫਵਾਹ ਇੱਕ ਕਾਂਗਰਸੀ ਤੇ ਹਵਾਲੇ ਨਾਲ ਫੈਲਾਈ ਜਾਵੇ ਗੁਰਪ੍ਰੀਤ ਜੀ ਇਹ ਕੋਈ ਚੀਜ਼ ਠੀਕ ਨਹੀਂ ਹੈ ਜੀ ਜੀ ਕਿਉਂਕਿ ਇੱਕ ਨਿਊਜ਼ ਵੈਬਸਾਈਟ ਨੇ ਭਾਸਕਰ ਨਿਊਜ਼ ਵੈਬਸਾਈਟ ਨੇ ਬਕਾਇਦਾ ਰਜਿੰਦਰ ਬੇਰੀ ਕਾਂਗਰਸੀ ਆਗੂ ਦਾ ਨਾਮ ਲੈ ਕੇ ਲਿਖਿਆ ਕਿ ਜੀ ਉਹਨਾਂ ਨੇ ਜੋਤੀ ਚੌਂਕ ਦੇ ਵਿੱਚ ਆਉਣਾ ਸੀ ਕਿਸੇ ਕਾਂਗਰਸੀ ਕਾਉਂਸਲਰ ਦੇ ਪ੍ਰੋਗਰਾਮ 'ਚ ਤੇ ਰਾਹ 'ਚ ਉਹਨਾਂ ਨੂੰ ਡਿਟੇਨ ਕੀਤਾ ਗਿਆ ਹੁਣ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦੀ ਫੈਮਿਲੀ ਬੇਸ਼ੱਕ ਕਾਂਗਰਸੀ ਹੈ ਤੇ ਐਲਾਨੀਆ ਕਾਂਗਰਸੀ ਹੈ ਪਰ ਬਾਵਜੂਦ ਇਸ ਦੇ ਉਹਨਾਂ ਨੇ ਇੱਕ ਧਿਰ ਦੀ ਸਿੱਧੀ ਸਪੋਰਟ ਨਹੀਂ ਕੀਤੀ ਹਾਲਾਂਕਿ ਇਹ ਆਪਾਂ ਨੂੰ ਵੀ ਪਤਾ ਕਿ ਸਿੱਧਾ ਫਾਇਦਾ ਜੋ ਆਮ ਆਦਮੀ ਪਾਰਟੀ ਨਾਲ ਫਸਵੀਂ ਟੱਕਰ 'ਚ ਹੋਏਗਾ ਜਿਹੜਾ ਉਹਨੂੰ ਹੋਏਗਾ ਚਾਹੇ ਉਹ ਅਕਾਲੀ ਬਸਪਾ ਆ ਜਾਵੇ ਤੇ ਚਾਹੇ ਕਾਂਗਰਸ ਜਿਵੇਂ ਆਪਾਂ ਮੰਨ ਕੇ ਚੱਲ ਰਹੇ ਹਾਂ ਤਾਂ ਗੱਲ ਇਹ ਆ ਕਿ ਬਈ ਹੁਣ ਇਹ ਜਿਹੜੀ ਗੱਲ ਕਹਿਣੀ ਉਹ ਸਿੱਧੇ ਤੌਰ ਤੇ ਆਪਾਂ ਜੇ ਦੇਖੀਏ ਤਾਂ ਉਹਨਾਂ ਦੀ ਜੋ ਉਹਨਾਂ ਨੇ ਹੁਣ ਮੁਖਾਲਫਤ ਕੀਤੀ ਕਿ ਸਾਡੀ ਜਿਹੜੀ ਹੈ ਉਹ ਸਿਰਫ ਸਰਕਾਰ ਦੇ ਨਾਲ ਮੁਖਾਲਫ ਹੈ ਸਾਡੀ ਮੁਖਾਲਫਤ ਸਿਰਫ ਸੱਤਾਧਾਰੀਆਂ ਨਾਲ ਆ ਪਰੰਤੂ ਇੱਥੇ ਕਹਾਣੀ ਬਿਲਕੁਲ ਪਲਟ ਦਿੱਤੀ ਹੁਣ ਬਾਅਦ ਦੇ ਵਿੱਚ ਇਹ ਅਫਵਾਹ ਨਿਕਲੀ ਹੈ ਤਾਂ ਕਾਂਗਰਸ ਨੂੰ ਬਿਲਕੁਲ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਤੁਸੀਂ ਝੂਠਾ ਦਾਅਵਾ ਕਿਉਂ ਕੀਤਾ ਤੁਹਾਡੇ ਲੀਡਰ ਨੇ ਅਜਿਹਾ ਕਿਉਂ ਕੀਤਾ ਕਿਉਂਕਿ ਜਾਂ ਤਾਂ ਵੈਬਸਾਈਟ ਨੇ ਫਿਰ ਗਲਤ ਲਿਖਿਆ ਜੇ ਉਹਨੇ ਗਲਤ ਲਿਖਿਆ ਤੇ ਤੁਹਾਡਾ ਖੰਡਨ ਜ਼ਰੂਰ ਆ ਜਾਣਾ ਚਾਹੀਦਾ ਸੀਗਾ ਜਾਂ ਉਹਨਾਂ ਦਾ ਖੰਡਨ ਆ ਜਾਣਾ ਚਾਹੀਦਾ ਸੀਗਾ ਪਰ ਬਹੁਤ ਦੇਰ ਬਾਅਦ ਹੁਣ ਚਲੋ ਇਹ ਤੇ ਆਪਾਂ ਕਨਫਰਮ ਖੁਦ ਕੀਤਾ
ਕਿ ਉਹ ਠੀਕ ਠਾਕ ਨੇ, ਤੇ ਨਾ ਹੀ ਉਹਨਾਂ ਦਾ ਅੱਜ ਕੋਈ ਜਲੰਧਰ ਜਾਣ ਦਾ ਪ੍ਰੋਗਰਾਮ ਸੀ। ਪਰ ਕਾਂਗਰਸੀਏ ਨੇ ਜੇ ਕੋਈ ਗੱਲ ਕੀਤੀ ਹੈ ਤਾਂ ਮੈਂ ਸਮਝਦਾ ਬਹੁਤ ਘਟੀਆ ਗੱਲ ਹੈ। ਜੀ ਇਹ ਤਾਂ ਹੈ, ਕਿਉਂਕਿ ਉਹਨਾਂ ਦਾ 2 ਦਿਨ ਦਾ ਪ੍ਰੋਗਰਾਮ ਸੀ, ਉਸ ਤੋਂ ਬਾਅਦ ਉਹ ਵਾਪਸ ਚਲੇ ਗਏ। ਉਹਨਾਂ ਦਾ ਜੇ ਹੁੰਦਾ ਪ੍ਰੋਗਰਾਮ ਤਾਂ ਪਹਿਲਾਂ ਹੀ ਉਹ ਰੁਕ ਸਕਦੇ ਸੀ, ਅਗਲੇ ਦਿਨ ਦਾ ਪ੍ਰੋਗਰਾਮ ਵੀ ਅਟੈਂਡ ਕਰਕੇ ਜਾ ਸਕਦੇ ਸੀ। ਪਰ ਆਪਾਂ ਅੱਗੇ ਵਧੀਏ। ਸੁਖਪਾਲ ਖਹਿਰਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਜਿਉਂ ਜਿਮਨੀ ਚੋਣ ਤੇ ਪ੍ਰਚਾਰ ਤੇਜ਼ ਹੋਇਆ ਸੀ, ਉਧਰੋਂ ਉਹਨਾਂ ਦੀਆਂ ਖਬਰਾਂ ਵੀ ਤੇਜ਼ ਹੋ ਗਈਆਂ। ਗਵਰਨਰ ਸਾਹਿਬ ਕੋ ਗਏ, ਗਵਰਨਰ ਸਾਹਿਬ ਨੇ ਵੀ ਅੱਗੇ ਫੋਰੈਂਸਿਕ ਟੀਮ ਤੋਂ ਪੁਸ਼ਟੀ ਕਰਾ ਲਈ ਤੇ ਸਿੱਟ ਵੀ ਬਣ ਗਈ ਹੈ। ਤੇ ਮਾਜਰਾ ਕੀ ਹੈ? ਸੁਖਪਾਲ ਖਹਿਰਾ ਦੀ ਹਿਰਾਸਤ ਦੇ ਦਾਅਵੇ, ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਕਹਿੰਦੇ ਗ੍ਰਿਫਤਾਰੀ ਹੋ ਸਕਦੀ ਹੈ। ਅੱਜ ਵੀਡੀਓ ਤੇ ਹੁਣ ਰਿਲੀਜ਼ ਨਹੀਂ ਹੋਈ, ਗ੍ਰਿਫਤਾਰੀ ਤਾਂ ਹੋ ਸਕਦੀ ਹੈ, ਇਹ ਤਾਂ ਜੀ ਸੰਭਵ ਹੈ। ਮਜੀਠੀਆ ਕਹਿੰਦਾ ਕਿ ਅਸੀਂ ਬੰਦ ਕਰਾਓ ਸਾਡਾ ਛੇਤੀ ਪ੍ਰਚਾਰ, ਅਸੀਂ ਅੱਗੋਂ ਵੋਟਾਂ ਮੰਗਣ ਜਾਂਦੇ ਤੇ ਅਗਲਾ ਵੀਡੀਓ ਮੰਗ ਲੈਂਦਾ, ਅਸੀਂ ਕਿੱਥੋਂ ਦਈਏ, ਅਸੀਂ ਹੁਣ ਕਿੱਥੋਂ ਲਿਆ ਕੇ ਦਈਏ ਵੀਡੀਓ, ਦੱਸੋ। ਆ ਤੇ ਹਾਲ ਜੀ ਬਣਿਆ ਪਿਆ। ਦੇਖੋ ਗੱਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਤੁਹਾਨੂੰ ਪਤਾ ਹੀ ਬੜੇ ਐਕਟਿਵ ਨੇ, ਖਾਸ ਤੌਰ ਤੇ ਸੋਸ਼ਲ ਮੀਡੀਆ ਤੇ। ਅੱਜ ਕੱਲ ਥੋੜਾ ਜਿਹਾ ਮੈਨੂੰ ਲੱਗਦਾ ਕਿ ਉਹ ਟਰਮਾ ਵਰਤ ਰਹੇ ਨੇ, ਪਤਾ ਨਹੀਂ ਕਿੱਥੇ ਬਿਜ਼ੀ ਨੇ, ਕਿ ਘੱਟ ਦਿਖਾਲੀ ਦਿੰਦੇ ਆ ਪਿਛਲੇ 2-3 ਦਿਨ ਤੋਂ। ਪਰ ਕਹਿੰਦੇ ਉਹਨਾਂ ਨੇ ਰੂਪੋਸ਼ ਹੋ ਗਏ ਨੇ ਜੀ, ਇਹ ਆਖਿਆ ਜਾ ਅੱਛਾ ਰਿਹਾ ਹੈ। ਅੱਛਾ ਰੂਪੋਸ਼ ਹੋ ਗਏ ਨੇ, ਠੀਕ ਹੈ ਜੀ। ਤਾਂ ਗੱਲ ਇਹ ਹੈ ਕਿ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਬਾਈ ਮੈਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਆ। ਅੱਛਾ, ਜਿਹੜਾ ਪਹਿਲਾਂ ਇਹਨਾਂ ਨੇ ਪਰਚਾ ਪਾਇਆ ਸੀਗਾ ਉਹਦੇ ਵਿੱਚ ਕੋਈ ਖਾਸ ਧਾਰਾ ਹੈ ਨਹੀਂ ਸੀਗੀਆਂ ਇਹੋ ਜਿਹੀਆਂ, ਪਰ ਬਾਅਦ ਚ ਅਚਨਚੇਤੀ ਇਹਨਾਂ ਨੇ ਜੋੜ ਦਿੱਤੀ ਹੈ 353। 353 ਧਾਰਾ ਇੱਕ ਐਸੀ ਧਾਰਾ ਆ ਜਿਹੜੀ ਕਿ ਕਿਸੇ ਸਰਕਾਰੀ ਕੰਮ 'ਚ ਵਿਘਨ ਪਾਉਣ ਤੇ ਲਾਈ ਜਾਂਦੀ ਹੈ, ਤੇ ਜਿਹਦੀ ਜ਼ਮਾਨਤ ਨਹੀਂ ਹੈਗੀ, ਕਿਉਂਕਿ ਤੁਸੀਂ ਕਿਸੇ ਦੀ ਡਿਊਟੀ 'ਚ ਵਿਘਨ ਨਹੀਂ ਪਾ ਸਕਦੇ। ਤਾਂ ਪਹਿਲਾਂ ਤਾਂ ਚਲੋ ਉਹ ਸੀਗਾ ਨਾ ਕਿ ਬਿਨਾਂ ਦੱਸੇ ਜੀ ਲਾਈਵ ਕੀਤਾ ਵਾ ਜਾਂ ਕੁਝ ਉੱਚਾ ਨੀਵਾਂ ਬੋਲੇ ਆ, ਪਰ ਉਹ ਤੋਂ ਗਾਂਹ ਜਾਂਦੇ ਇਹਨਾਂ ਨੇ ਜੜ ਦਿੱਤੀ ਨਾਲ 353। ਫਿਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਸ਼ਾਇਦ ਇਲਮ ਹੋ ਗਿਆ ਇਸ ਗੱਲ ਦਾ ਕਿ ਬਈ ਮੇਰਾ ਇਹ ਟਾਈਮ ਚੱਕ ਦੇਣਗੇ। ਹੁਣ ਵੈਸੇ ਟਾਈਮ ਇਹਨਾਂ ਦਾ ਮਾੜਾ ਚੱਲਦਾ ਹੈ, ਇਹ ਮੇਰਾ ਟਾਈਮ ਚੱਕ ਦੇਣਗੇ। ਤਾਂ ਜਿਵੇਂ ਹੁਣ ਤੁਸੀਂ ਕਿਹਾ ਕਿ ਉਹ ਕਥਿਤ ਤੌਰ ਤੇ ਰੂਪੋਸ਼ ਹੋ ਗਏ ਨੇ, ਪਰ ਮੈਨੂੰ ਲੱਗਦਾ ਕਿ ਉਹ ਆਪਣਾ ਕਾਨੂੰਨੀ ਤੌਰ ਤੇ ਕੋਈ ਬਚਾਅ ਕਰ ਰਹੇ ਹੋਣਗੇ, ਕਿਉਂਕਿ ਉਹਨਾਂ ਦੇ ਬੇਟੇ ਵਕੀਲ ਨੇ ਤੇ ਉਹਨਾਂ ਨੇ ਇੱਕ ਕੰਪਲੇਂਟ ਵੀ ਸ਼ਾਇਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਪਾਈ ਆ ਕਿ ਮੇਰੇ ਫਾਦਰ ਨੂੰ ਬਦਲਾਖੋਰੀ ਦੀ ਭਾਵਨਾ ਦੇ ਤਹਿਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਮਾਮਲਾ ਦਰਜ ਕੀਤਾ ਜਾ ਰਿਹਾ। ਪਰ ਇਹ ਗੱਲ ਹੁਣ ਵੇਖਣ ਵਾਲੀ ਹੈ ਕਿ ਤੁਸੀਂ ਦੇਖੋ, ਤੁਸੀਂ ਆਪ ਹੀ ਇੱਕ ਹਿੰਟ ਦਿੱਤਾ ਆ ਕਿ SIT ਬਣਾ ਦਿੱਤੀ ਇਹਨਾਂ ਨੇ, ਉਹ ਜਿਹੜੀ ਗੰਦੀ ਪਿੱਲੀ ਜੀ ਵੀਡੀਓ ਤੁਰੀ ਫਿਰਦੀ ਹੈ ਕੋਈ, ਤਾਂ ਉਹ ਵੀਡੀਓ ਤਾਂ ਰਾਜਪਾਲ ਤੱਕ ਪਹੁੰਚਾਈ ਆ ਸੁਖਪਾਲ ਸਿੰਘ ਖਹਿਰਾ ਨੇ, ਤੇ ਕਾਇਦੇ ਦੇ ਮੁਤਾਬਕ ਤਾਂ ਸਭ ਤੋਂ ਮੁੱਢਲੀ ਪੁੱਛਗਿੱਛ ਉਹਨਾਂ ਕੋਲੋਂ ਹੋਣੀ ਚਾਹੀਦੀ ਸੀ, ਉਹਨਾਂ ਦਾ ਬਿਆਨ ਦਰਜ ਹੋਣਾ ਚਾਹੀਦਾ ਸੀ, ਉਹਨਾਂ ਨੂੰ ਗਵਾਹ ਬਣਾਇਆ ਜਾਣਾ ਚਾਹੀਦਾ ਸੀ ਮਾਮਲੇ ਦੇ ਵਿੱਚ। ਹੁਣ ਸੁਖਪਾਲ ਖਹਿਰਾ ਜਿਨ੍ਹਾਂ ਨੇ ਮੁੱਦਾ ਚੁੱਕਿਆ, ਤੁਸੀਂ ਕਹਿ ਰਹੇ ਹੋ ਕਿ ਉਹ ਹੀ ਲੱਭਦੇ ਨਹੀਂ ਪਏ, ਤੇ ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ-ਗਰੀਬ ਦੀ ਪਰਿਸਥਿਤੀ ਹੈ ਕਿ ਜਿਹਨੇ ਐਡਾ ਤਗੜਾ ਮੁੱਦਾ, ਐਡਾ ਤਗੜਾ ਮਾਮਲਾ ਚੁੱਕਿਆ, ਤੇ ਦਰਅਸਲ ਹੁਣ ਉਹ ਇਸ ਕੇਸ ਦੇ ਵਿੱਚ ਹੈ ਨਹੀਂਗਾ ਤੇ SIT ਬਣ ਗਈ ਆ। ਤਾਂ ਦੇਖੋ ਜੀ ਕੀ ਹੁੰਦਾ। ਪਰ ਸੁਖਪਾਲ ਸਿੰਘ ਖਹਿਰਾ ਤੇ ਗ੍ਰਿਫਤਾਰੀ ਦਾ ਜਿਹੜਾ ਪਰਛਾਵਾਂ ਸੀ ਉਹ ਉਹਨਾਂ ਨੇ ਆਪ ਹੀ ਦੱਸਿਆ ਸੀਗਾ ਕਿ ਲਗਾਤਾਰ ਪੈ ਰਿਹਾ ਵਾ, ਤੇ ਹੁਣ ਅਗਲਾ ਕੋਈ ਪ੍ਰਬੰਧ ਕਰਦਾ ਹੀ ਹੁੰਦਾ ਪੋਲੀਟੀਸ਼ੀਅਨ। ਤੇ ਵੈਸੇ ਇਹਨਾਂ ਨੂੰ ਇਹੋ ਜਿਹੇ ਮਾਮਲਿਆਂ 'ਚ ਕਈ ਵਾਰ ਰਾਹਤ ਮਿਲ ਜਾਂਦੀ ਹੁੰਦੀ ਹੈ, ਕੋਈ ਵੱਡੀ ਗੱਲ ਨਹੀਂ। ਜਿਹੜੀਆਂ ਉਤਲੀਆਂ ਕੋਰਟਾਂ ਹੁੰਦੀਆਂ, ਹੇਠਲੀ ਕੋਰਟ ਦੇ ਵਿੱਚ ਤੇ ਛੇਤੀ ਨਹੀਂ, ਪਰ ਉਤਲੀ ਕੋਰਟ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਦੀ ਸੁਣਵਾਈ ਹੋ ਜਾਂਦੀ ਹੈ। ਕੋਰਟਾਂ ਨੂੰ ਵੀ ਪਤਾ ਹੁੰਦਾ ਹੈ ਕਿ ਸਿਆਸਤ ਆ, ਤੇ ਭਾਰਤ ਦੀ ਸਿਆਸਤ ਆ, ਇਹ ਬੜੀ ਬੜੀ ਅੱਛੀ ਸਿਆਸਤ ਹੈ, ਕੋਈ ਗੱਲ ਨਹੀਂ। ਜੀ ਇਹ ਇੱਕ ਵਾਰ ਇਸੇ ਤਰ੍ਹਾਂ ਕਵਰੇਜ ਕਰਦਿਆਂ ਹੋਇਆਂ ਆਊਟਡੋਰ ਮੈਂ ਕਿਸੇ ਨੂੰ ਪੁੱਛ ਰਿਹਾ ਸੀ ਕਿ ਸਿੱਟ ਬਣੀ ਆ, ਸਿੱਟ ਨਾਲ ਕੀ ਹੋਵੇਗਾ। ਉਹ ਕਹਿੰਦੇ ਸੀ ਕਿ ਸਿੱਟ ਦਾ ਮਤਲਬ ਹੁੰਦਾ ਸਿੱਟ ਬਣ ਗਈ, ਉਹਨੂੰ ਸਿੱਟ ਦਿਓ। ਸੋ ਸਿੱਟ ਬਣ ਜਾਂਦੀ ਆ, ਉਸ ਤੋਂ ਬਾਅਦ ਛੇਤੀ ਕੁਝ ਹੁੰਦਾ ਨਹੀਂਗਾ। ਪਰ ਦੇਖੋ ਕੀ ਬਣਦਾ। ਪਰ ਇਹ ਪੰਜਾਬ ਦੇ ਲੋਕਾਂ ਦੇ, ਜਲੰਧਰ ਦੇ ਲੋਕਾਂ ਦਾ ਕੋਈ ਮਸਲਾ ਨਹੀਂ ਸੀ, ਇਹ ਸਿਰਫ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਜੇ ਉਹ ਮੁੱਖ ਤੌਰ ਤੇ ਸਮਾਜ 'ਚ ਵਿਚਰਦਾ ਹੈ ਤਾਂ ਥੋੜਾ ਬਹੁਤਾ ਉਹਨੂੰ ਕਹਿ ਸਕਦੇ ਆ, ਉਹ ਜਾਂਚ ਦਾ ਵਿਸ਼ਾ। ਪਰ ਕਿਤੇ ਨਾ ਕਿਤੇ ਲੋਕਾਂ ਦੇ ਮੁੱਦੇ, ਜਿਹੜੇ ਲੋਕ ਮੁੱਦੇ ਸੀ, ਉਹ ਡੈਫਰ ਹੋ ਰਹੇ ਨੇ, ਇਸ ਮਾਮਲੇ 'ਚ ਪਿੱਛੇ ਜਾ ਰਹੇ ਨੇ। ਆਪਾਂ ਅੱਗੇ ਵੱਲ ਵਧੀਏ। ਅਮਰੂਦ ਘਟਾਲੇ 'ਚ ਅਫਸਰ ਤਾਂ ਫਸਦੇ ਹੀ ਨੇ, ਹੁਣ ਉਹਨਾਂ ਦੀਆਂ ਘਰ ਵਾਲੀਆਂ ਵੀ ਫਸ ਰਹੀਆਂ ਨੇ ਜੀ। ਗੱਲ ਤੇ ਇਹੀ ਹੈ ਨਾ, ਦੇਵੀ ਮਖਸੂਸਪੁਰੀਏ ਨੇ ਇੱਕ ਵਾਰੀ ਗਾਣਾ ਗਾਇਆ ਸੀ, ਕਦੇ ਖੁਸ਼ ਨਹੀਂ ਹੁੰਦੀਆਂ ਬੀਵੀਆਂ, ਤੇ ਬੰਦਾ ਪਰ ਉਹ ਖੁਸ਼ ਕਰਨ ਦਾ ਯਤਨ ਤੇ ਕਰਦਾ ਹੈ ਨਾ। ਤੇ ਅਫਸਰਾਂ ਨੇ ਵੀ ਹੋ ਸਕਦਾ ਕਿ ਅਮਰੂਦ ਖਵਾ ਕੇ ਖੁਸ਼ ਕੀਤੀਆਂ ਹੋਣ ਕਿ ਅਮਰੂਦ ਖਾ ਲਓ, ਬੜੇ ਅੱਛਾ, ਹਾਜ਼ਮਾ ਬਹੁਤ ਅੱਛਾ ਹੁੰਦਾ ਇਹਨਾਂ ਦੇ ਨਾਲ। ਤੇ ਉਹ ਹੁਣ ਅਮਰੂਦ ਹੋਣੇ ਆ ਕੱਚੇ,
ਤੇ ਉਹ ਜਿਵੇਂ ਕਹਿੰਦੇ ਹੁੰਦੇ ਨੇ, ਜਿਨ੍ਹਾਂ ਦੀਆਂ ਖਾਧੀਆਂ ਗਾਜਰਾਂ ਤੇ ਢਿੱਡ ਉਹਨਾਂ ਦੇ ਪੀੜ। ਤੇ ਮੈਨੂੰ ਲੱਗਦਾ ਕਿ ਅਮਰੂਦ ਹੁਣ ਇਹਨਾਂ ਨੂੰ ਬਹੁਤ ਦਰਦ ਕਰਨਗੇ, ਇਹ ਜਿਹੜੇ ਅਫਸਰ ਆ। ਦੇਖੋ, ਇਹ ਅਮਰੂਦ ਘੁਟਾਲਾ ਕੀ ਆ, ਇਹ ਬੇਸਿਕਲੀ ਗਮਾਡਾ ਜਿਹੜਾ ਮੋਹਾਲੀ ਦੇ ਵਿੱਚ, ਜਿਹਨੂੰ ਆਪਾਂ ਕਹ ਲਈਏ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ, ਕੁਛ ਇਸ ਤਰ੍ਹਾਂ ਦਾ ਉਹਦਾ ਨਾਮ ਆ, ਉਹ ਗਮਾਡਾ ਜ਼ਮੀਨ ਐਕਵਾਇਰ ਕਰਦਾ ਹੈ। ਜੀ। ਤੇ ਇਹ ਗਮਾਡਾ ਦੇ ਵਿੱਚ ਹੀ ਬੈਠੇ ਸਨ ਅਫਸਰ ਦੋ, ਰੂਜ਼ਮ ਸਾਹਿਬ ਤੇ ਤਿਮਾਨ ਸਾਹਿਬ, ਇੱਕ ਮੁੱਖ ਪ੍ਰਸ਼ਾਸਕ, ਇੱਕ ਵਧੀਕ ਮੁੱਖ ਪ੍ਰਸ਼ਾਸਕ। ਤਾਂ ਉਸ ਵੇਲੇ ਇਹਨਾਂ ਨੇ ਪੱਟੇ ਤੇ ਜ਼ਮੀਨ ਲਈ, ਕਿਸੇ ਨੇ ਮੁਖਤਾਰਨਾਮਾ ਜੋ ਵੀ ਹੈ, ਕਿਸੇ ਨੇ ਬੈ ਕਰਾਈ। ਇਹ ਹੁਣ ਤੱਕ ਤਕਰੀਬਨ 1.5 ਦਰਜਨ ਦੇ ਕਰੀਬ ਬੰਦਿਆਂ ਤੇ ਪਰਚਾ ਹੋ ਚੁੱਕਾ ਵਾ, ਵਿਜੀਲੈਂਸ ਨੇ FIR ਕੀਤੀ ਹੈ। ਤਾਂ ਮਸਲਾ ਕੀ ਹੈ? ਮਸਲਾ ਬਸ ਬੜਾ ਸਿੰਪਲ ਹੈ ਸਮਝਣਾ, ਕਿ ਹੁੰਦਾ ਕੀ ਹੈ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਸਾਰੇ ਕਿਤੇ ਆਮ ਹੈ ਘੁਟਾਲਾ, ਕਿ ਇਹਨਾਂ ਨੂੰ ਪਤਾ ਹੁੰਦਾ ਕਿ ਆਹ ਜਗ੍ਹਾ ਐਕਵਾਇਰ ਕਰਨੀ, ਉਹਦਾ ਮੁੱਲ ਹੋਏਗਾ, ਉਸ ਜ਼ਮੀਨ ਨੂੰ ਪਹਿਲਾਂ ਹੀ ਜਾ ਕੇ ਖਰੀਦ ਲਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਫਿਰ ਕੀ ਹੈ ਕਿ ਨਾਲੇ ਤਾਂ ਮੁਆਵਜ਼ਾ ਪੂਰਾ ਠੋਕ ਕੇ ਲਿਆ ਜਾਂਦਾ ਹੈ, ਤੇ ਨਾਲੇ ਉਹ ਮਤਲਬ ਕਿ ਤੁਹਾਨੂੰ ਪਤਾ ਹੀ ਹੈ, ਜਿਹੜਾ ਕਮਿਸ਼ਨ ਜਿਹੜਾ ਹੁੰਦਾ ਉਹ ਸਾਰਾ ਕੁਝ ਚੱਕ ਲਿਆ ਜਾਂਦਾ। ਇਹ ਇੱਕ ਗੇਮ ਹੈ। ਤਾਂ ਇਸੇ ਤਰ੍ਹਾਂ ਦੀ ਗੇਮ ਪੈ ਗਈ। ਬਹੁਤ ਜ਼ਿਆਦਾ ਮੁਆਵਜ਼ਾ, ਕਰੋੜਾਂ ਦਾ ਮੁਆਵਜ਼ਾ ਜਿਹੜਾ ਉਹ ਇਸੇ ਤਰ੍ਹਾਂ ਲੈ ਗਏ, ਕਿਉਂਕਿ ਅਮਰੂਦ ਜਿਹੜਾ ਹੁੰਦਾ ਹੈ ਨਾ, ਅਮਰੂਦ ਇਸ ਤਰ੍ਹਾਂ ਦਾ ਫਲ ਆ, ਜੇ ਬੂਟਾ ਤੁਸੀਂ ਲਾਓਗੇ ਤੇ ਸਾਲ ਦੇ ਵਿੱਚ ਉਹ ਫਲਦਾਰ ਹੋ ਜਾਂਦਾ ਹੈ। ਇਸ ਤਰ੍ਹਾਂ ਕਰਕੇ ਉਹ ਕਰੋੜਾਂ ਰੁਪਈਆ ਜਿਹੜਾ ਗਿਆ। ਤਾਂ ਉਹਦੇ ਵਿੱਚ 2 IAS ਅਫਸਰਾਂ ਦੀਆਂ ਬੀਬੀਆਂ ਦਾ ਜ਼ਿਕਰ ਹੈ, ਤੇ ਉਹ ਹੁਣ ਇੱਕ ਅਫਸਰ ਤਾਂ ਨਕਾਰ ਰਿਹਾ, ਦੂਜਾ ਤੇ ਹਾਲੇ ਉਹ ਵੀ ਮਤਲਬ ਕਿ ਕਹਿ ਸਕਦੇ ਆਪਾਂ ਇਹ ਚੁੱਪ-ਚਾਪ ਹੀ ਆ। ਪਰ ਇਸ ਘੁਟਾਲੇ ਕਰਕੇ ਇੱਕ ਵਾਰੀ ਫੇਰ ਅਫਸਰਸ਼ਾਹੀ ਜਿਹੜੀ ਹੈ ਉਹ ਬੁੱਕਲ 'ਚ ਮੂੰਹ ਦੇਣ ਵਾਸਤੇ ਮਜਬੂਰ ਹੋ ਗਈ ਆ। ਕਿਉਂਕਿ ਅੱਗੇ ਵੀ ਜੇ ਤੁਸੀਂ ਦੇਖੋਗੇ ਤੇ ਇੱਥੇ ਮੋਹਾਲੀ ਦੇ ਵਿੱਚ ਹੀ ਇੱਕ ਮਸਲਾ ਵਿਗੜਿਆ ਸੀ, ਸੁੰਦਰ ਸ਼ਾਮ ਅਰੋੜਾ ਵਾਲਾ, ਤਾਂ ਉਹਦੇ ਵਿੱਚ ਵੀ ਇੱਕ IAS ਦਾ ਹੀ ਨਾਮ ਆਇਆ ਸੀਗਾ। ਤਾਂ ਅਫਸਰਸ਼ਾਹੀ ਵਾਸਤੇ ਇਹ ਬੜੀ ਨਮੋਸ਼ੀਜਨਕ ਗੱਲ ਆ। ਇੱਕ ਪਾਸੇ ਉਹ IAS ਨੇ ਜਿਨ੍ਹਾਂ ਨੇ ਆਪਣੀ ਸਰਵਿਸ ਦੇ ਦੌਰਾਨ ਜਿੱਥੇ-ਜਿੱਥੇ ਗਏ ਉੱਥੇ ਪੈੜਾਂ ਛੱਡੀਆਂ, ਉੱਥੇ ਲੋਕ ਉਹਨਾਂ ਨੂੰ ਯਾਦ ਕਰਦੇ ਆ, ਗੋਪੀਨਾਥ ਕੰਨਨ ਵਰਗਿਆਂ ਨੂੰ ਲੋਕ ਯਾਦ ਕਰਦੇ ਆ। ਬਹੁਤ ਹੋਰ IAS ਨੇ ਜਿਨ੍ਹਾਂ ਨੂੰ ਲੋਕ ਯਾਦ ਕਰਦੇ ਆ। ਤੇ ਦੂਸਰੇ ਪਾਸੇ ਫਿਰ ਇਸ ਤਰ੍ਹਾਂ ਦੀਆਂ ਮਿਸਾਲਾਂ ਤਾਂ ਲੋਕ ਫਿਰ ਜਿਹੜੇ ਆ ਲਾਹਨਤ ਵੀ ਬੜੀ ਟੋਕਰੇ ਭਰ ਕੇ ਪਾਉਂਦੇ ਨੇ। ਜੀ, ਇਹ ਤਾਂ ਹੈ। ਤੁਸੀਂ ਲੋਕ ਸੇਵਾ ਦੇ ਵਿੱਚ ਹੁੰਦੇ ਹੋ ਤਾਂ ਲੋਕ ਸੇਵਾ ਦੇ ਕੰਮ ਕਰਨੇ ਪੈਂਦੇ, ਉਹਦੇ ਲਈ ਤੁਹਾਨੂੰ ਪੇ ਕੀਤਾ ਜਾਂਦਾ ਸਰਕਾਰ ਦੇ ਵੱਲੋਂ। ਪਰ ਜਦੋਂ ਇਹੋ ਜਿਹੇ ਘੁਟਾਲੇ ਸਾਹਮਣੇ ਆਉਂਦੇ ਤਾਂ ਇੱਕ ਵਾਰੀ ਸੋਚਣ ਨੂੰ ਮਜਬੂਰ ਕਰ ਦਿੰਦੇ ਨੇ ਕਿ ਕਰ ਕੀ ਰਹੇ ਨੇ। ਆਪਾਂ ਅੱਗੇ ਵਧੀਏ। ਇੱਕ ਪਿੰਡ ਕਸੂਤੀ ਹਾਲਤ 'ਚ ਹੈ ਜੀ, ਅੱਧਾ ਕਿਤੇ ਹੈ ਤੇ ਅੱਧਾ ਕਿਤੇ, ਮਾਜਰਾ ਕੀ ਹੈ ਜੀ? ਅੱਜ ਦੇਖੋ, ਪੰਜਾਬ ਦੇ ਬਹੁਤ ਸਾਰੇ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ ਕਸਬੇ। ਵੈਸੇ ਤਾਂ ਨਾ ਇੱਕ ਬੰਗਲਾਦੇਸ਼ ਦੀ ਹੱਦ ਤੇ ਘਰ ਇਦਾਂ ਦਾ ਆ ਜਿਹੜਾ ਅੱਧਾ ਇੰਡੀਆ 'ਚ ਸੀ ਤੇ ਅੱਧਾ ਉਧਰ ਆ ਜੀ। ਉਹਨਾਂ ਦਾ ਵੀ ਪੰਗਾ ਬਹੁਤ ਪੈਂਦਾ ਸੀਗਾ। ਤਾਂ ਖੈਰ ਕਈ ਇਸ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ। ਬਾਦਲ ਪਿੰਡ, ਇਹ ਲੰਘ ਕੇ ਅੱਗੇ ਇੱਕ ਪਿੰਡ ਆਉਂਦਾ ਕਿੱਲਿਆਂ ਵਾਲੀ, ਉੱਥੇ ਇੱਕ ਗਲੀ ਦਾ ਫਾਸਲਾ ਹੈ, ਅਗਲੇ ਪਾਸੇ ਗਲੀ ਤੋਂ ਹਰਿਆਣਾ, ਇਧਰਲੇ ਪਾਸੇ ਯਾਨੀ ਪੰਜਾਬ ਹੈ। ਇਸ ਤਰ੍ਹਾਂ ਬਹੁਤ ਨੇ। ਤਾਂ ਇਹ ਵੀ ਇੱਕ ਪਿੰਡ ਹੈ। ਇਹੀ ਹੁਣ ਜੇ ਤੁਸੀਂ ਦੇਖੋਗੇ ਤਾਂ ਇਸ ਵੇਲੇ ਚਰਚਾ ਦਾ ਵਿਸ਼ਾ, ਕਿਉਂਕਿ ਇਲੈਕਸ਼ਨ ਹੋ ਰਿਹਾ, ਦਿਆਲਪੁਰਾ ਪਿੰਡ ਦਾ ਮਤਲਬ ਕਿ ਬਹੁਤ ਅੱਜ ਕੁਝ ਅਖਬਾਰਾਂ ਦੇ ਵਿੱਚ ਲੱਗਿਆ ਵੀ ਹੈ ਕਿ ਇਸ ਪਿੰਡ ਦੇ ਵਿੱਚ ਇਹ ਚੱਕਰ ਚੱਲਣ ਡਿਆ ਹੈ ਕਿ ਕੁਝ ਘਰ ਜਿਹੜੇ ਆ ਉਹ ਜਲੰਧਰ ਦੇ ਵਿੱਚ ਨੇ, ਕੁਝ ਘਰ ਜਿਹੜੇ ਆ ਉਹ ਕਿਸੇ ਦੂਸਰੇ ਜ਼ਿਲ੍ਹੇ ਦੇ ਵਿੱਚ ਨੇ। ਤਾਂ ਸਮਝ ਤੋਂ ਪਰੇ ਹੈ ਕਿ ਇਹ ਬਈ ਕੀ ਬਣਿਆ, ਕੀ ਬਣਾਇਆ ਇਹਨਾਂ ਨੇ, ਕੀ ਇਹ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ। 9500 ਦੀ ਆਬਾਦੀ, ਪਿੰਡ 2 ਜ਼ਿਲ੍ਹਿਆਂ 'ਚ ਵੰਡਿਆ, 2 ਲੋਕ ਸਭਾ ਹਲਕੇ ਆ, 2 ਵਿਧਾਨ ਸਭਾ, 2 ਤਹਿਸੀਲਾਂ, 3 ਪੰਚਾਇਤਾਂ। ਤੇ ਉਹ ਜਦੋਂ ਹੁਣ ਕੋਈ ਗੱਲ ਹੁੰਦੀ ਹੈ, ਅਸੀਂ ਤੇ ਹੈਰਾਨ ਰਹਿ ਗਏ ਆ ਪੜ੍ਹ ਕੇ ਕਿ ਇੱਕ ਪਿੰਡ ਇੰਨੇ ਹਿੱਸਿਆਂ 'ਚ ਵੰਡਿਆ। ਤਾਂ ਜੁਰਿਸਡਿਕਸ਼ਨ ਨੂੰ ਲੈ ਕੇ ਉਹ ਕਹਿੰਦੇ ਕਿ ਜਦੋਂ ਵੀ ਕੋਈ ਇੱਥੇ ਜੁਰਮ ਹੁੰਦਾ, ਹਾਦਸਾ ਹੁੰਦਾ, ਤੇ ਹੱਦਬੰਦੀ ਦੇ ਵਿੱਚ ਮਾਮਲਾ ਪੇਚ ਫਸ ਜਾਂਦਾ ਆ ਕਿ ਬਈ ਕਿੱਧਰ ਨੂੰ ਜਾਣਾ, ਕਿੱਧਰ ਨਹੀਂ। ਹੁਣ ਇਹ ਵੀ ਤੁਸੀਂ ਵੇਖੋ, ਵੈਸੇ ਤੇ ਕਮਾਲ ਦੀ ਗੱਲ ਹੋਏਗੀ ਨਾ ਕਿ ਇੱਕ ਪਾਸੇ ਤੇ ਰੌਣਕ ਮੇਲਾ ਲੱਗਾ ਹੋਏਗਾ, ਹੁਣ ਪਿੰਡ ਦੇ ਇੱਕ ਪਾਸੇ ਵੋਟਾਂ ਮੰਗਣ ਵਾਲੇ ਆਉਂਦੇ ਹੋਣੇ ਆ, ਤੇ ਦੂਸਰੇ ਪਾਸੇ ਕੁਝ ਵੀ ਨਹੀਂ ਹੈ। ਤੇ ਜਦੋਂ ਦੂਸਰੇ ਪਾਸੇ ਰੌਣਕ ਮੇਲਾ ਹੁੰਦਾ ਹੋਊਗਾ ਤਾਂ ਦੂਜੇ ਪਾਸੇ ਕੁਝ ਵੀ ਨਹੀਂ ਹੈ। ਸੋ ਇਸ ਤਰ੍ਹਾਂ ਇਸ ਪਿੰਡ ਦਾ ਰੌਚਕ ਕਿੱਸਾ ਜਿਹੜਾ ਉਹ ਅੱਜ ਦੇ ਅਖਬਾਰਾਂ 'ਚ ਛਪਿਆ ਹੈ। ਤੇ ਇਹ ਮੇਰੇ ਖਿਆਲ ਦੇ ਨਾਲ ਹੱਲ ਕਰਨਾ ਚਾਹੀਦਾ, ਕਿਉਂਕਿ ਪਿੰਡ ਵਾਸਤੇ ਬਹੁਤ ਵੱਡੀ ਇੱਕ ਸਮੱਸਿਆ ਬਣ ਜਾਂਦੀ ਹੈ, ਖਾਸ ਤੌਰ ਤੇ ਜੁਰਿਸਡਿਕਸ਼ਨ ਦਾ। ਬਾਕੀ ਤੇ ਚਲੋ ਰਾਜਨੀਤੀ ਚੱਲਦੀ ਰਹਿੰਦੀ ਹੈ,
ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਹੈ ਜਿਨ੍ਹਾਂ ਦੇ ਵਿੱਚ ਕੋਈ ਗਲੀ ਦਾ ਫਾਸਲਾ ਹੈ, ਕੋਈ ਕੁਛ ਹੈ, ਕੋਈ ਕੁਛ ਆ, ਪਰੰਤੂ ਇਸ ਤਰ੍ਹਾਂ ਦਾ ਵੀ ਪਿੰਡ ਹੈ ਜਿਹੜਾ 2 ਜ਼ਿਲ੍ਹੇ, 2 ਲੋਕ ਸਭਾ ਹਲਕੇ, 2 ਵਿਧਾਨ ਸਭਾ, 2 ਤਹਿਸੀਲ ਤੇ 3 ਪੰਚਾਇਤਾਂ ਚ ਵੰਡਿਆ ਦਸੀਦਾ ਹੈ। ਜੀ ਜੀ, ਇਹ ਵੀ ਆਪਣੇ ਆਪ ਦੇ ਵਿੱਚ ਵਿਲੱਖਣ ਗੱਲ ਹੈ। ਵਿਲੱਖਣ ਗੱਲਾਂ ਕੱਢ ਕੇ ਲਿਆਉਂਦੇ ਹੀ ਰਹਿੰਦੇ ਨੇ। ਸੋ ਇਸ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ। ਆਪਾਂ ਖਬਰਾਂ ਦੇ ਨਾਲ ਅੱਗੇ ਵਧਾਂਗੇ, ਪਰ ਥੋੜੇ ਸਮੇਂ ਦੇ ਲਈ ਆਪਾਂ ਹੋਰ ਖਬਰਾਂ ਦੇ ਨਾਲ ਵੀ ਚਾਨਣਾ ਪਾ ਲਈਏ। ਖਬਰਾਂ ਪਲ ਪਲ ਪੁਰਾਣੀਆਂ ਹੁੰਦੀਆਂ ਰਹਿੰਦੀਆਂ ਨੇ। ਸੋ ਇੱਕ ਵਾਰ ਮੁੜ ਤੋਂ ਮਿੰਟੂ ਜੀ, ਸੋ ਅੱਗੇ ਵਧੀਏ ਆਪਾਂ ਅਗਲੀ ਖਬਰ ਦੇ ਨਾਲ। ਸੋ ਘਟਾਲਾ ਹੋ ਗਿਆ ਜੀ, ਕਹਿੰਦੇ ਸ਼ਰਾਬ ਘਟਾਲਾ ਇੱਕ ਹੋਰ ਕੱਢ ਲਿਆਂਦਾ 2000 ਕਰੋੜ ਰੁਪਏ ਦਾ। ਇਸ ਵਾਰ ਇਹ ਕੀ ਮਾਜਰਾ ਜੀ? ਚਲੋ ਸ਼ਰਾਬ ਘੁਟਾਲੇ ਹੋ ਹੀ ਕਿੱਡੇ ਤਗੜੇ ਰਹੇ ਨੇ। ਤੁਸੀਂ ਦੇਖੋ ਦਿੱਲੀ ਦਾ ਕਿੰਨਾ ਤਗੜਾ ਮਾਮਲਾ ਬਣਿਆ ਪਿਆ। ਹੁਣ ਇਹ ਜਿਹੜਾ ਨਿਕਲਿਆ ਇਹ ਛੱਤੀਸਗੜ੍ਹ ਦੇ ਵਿੱਚੋਂ ਕਮਾਲ ਦੀ ਗੱਲ ਆ ਕਿ ਇਸ ਹਿਸਾਬ ਲਾ ਲਓ 2000 ਕਰੋੜ ਦਾ ਹਾਲੇ ਮੁੱਢਲੇ ਤੌਰ ਤੇ ਆ। ਤੇ ਈਡੀ ਨੇ ਰਾਏਪੁਰ ਨਗਰ ਨਿਗਮ ਦੇ ਮੇਅਰ ਇਜਾਜ਼ ਟੈਬਰ ਦੇ ਭਰਾ ਅਨਵਰ ਟੈਬਰ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਦੇ ਵਿੱਚ। ਤਾਂ ਇਹ ਘੁਟਾਲਾ ਕੁਝ ਇਸ ਕਿਸਮ ਦਾ ਹੈ ਕਿ ਸਰਕਾਰੀ ਦੁਕਾਨਾਂ ਤੇ ਗੈਰ ਕਾਨੂੰਨੀ ਮਤਲਬ ਕਿ 2 ਨੰਬਰ ਦੀ ਸ਼ਰਾਬ ਵੇਚੀ ਗਈ। ਤੇ ਇਹ ਅੰਕੜਾ ਜਿਹੜਾ ਮਤਲਬ ਕਿ ਜੋ ਮੁਨਾਫਾ ਘੁਟਾਲੇਬਾਜ਼ਾਂ ਦੀ ਜੇਬ 'ਚ ਗਿਆ ਇਹ ਕੁੱਲ 30 ਤੋਂ 40% ਤੱਕ ਹੈ। ਮਤਲਬ ਕਿ ਹਿਸਾਬ ਲਾ ਲਓ ਕਿ 30 ਤੋਂ 40% ਜਿਹੜਾ ਰੈਵਨਿਊ ਉੱਥੋਂ ਜਨਰੇਟ ਹੋ ਰਿਹਾ ਸੀਗਾ ਦਾਰੂ ਤੋਂ, ਉਹ ਸਾਰਾ ਜਾ ਰਿਹਾ ਸੀਗਾ 2 ਨੰਬਰ ਦੇ ਘੁਟਾਲੇਬਾਜ਼ਾਂ ਕੋਲ। ਇਹ ਆਪਣੇ ਆਪ ਦੇ ਵਿੱਚ ਦੇਖ ਲਓ ਵੀ ਕਿੱਡਾ ਤਗੜਾ ਮਾਮਲਾ ਹੋਏਗਾ। ਵੈਸੇ ਤੇ ਇੱਥੇ ਇੰਡੀਆ ਦੇ ਵਿੱਚ ਕੋਲਾ ਘੁਟਾਲਾ ਹੈ ਜੀ, 2G ਘੁਟਾਲਾ ਹੈ, ਇਹ ਤਾਂ ਬਹੁਤ ਘੁਟਾਲਿਆਂ ਦੀ ਕਹਾਣੀ ਵੱਡੀ ਹੈ। ਪਰੰਤੂ ਆ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਚਰਜ ਵਾਲੀ ਗੱਲ ਹੈ ਨਾ ਕਿ ਸਰਕਾਰੀ ਦੁਕਾਨਾਂ ਤੇ ਸਰਕਾਰੀ ਠੇਕਿਆਂ ਤੇ 2 ਨੰਬਰ ਦੀ ਦਾਰੂ ਵਿਕਦੀ ਹੋਵੇ। ਵੈਸੇ ਤੇ ਜੇ ਆਪਾਂ ਦੇਖੀਏ ਤਾਂ ਬਹੁਤ ਕੁਛ ਆ ਇੱਥੇ। ਪੰਜਾਬ ਦੀਆਂ ਵੀ ਕੁਝ ਡਿਸਟਿਲਰੀਆਂ ਜਿਹੜੀਆਂ ਨੇ ਉਹ ਇੱਥੇ ਪੰਜਾਬ 'ਚ ਚੱਲਦੀਆਂ, ਪਰ ਦਾਰੂ ਉਹਨਾਂ ਦੀ ਅਰੁਣਾਚਲ ਤੱਕ ਚਲੇ ਜਾਂਦੀ ਹੈ ਜੀ। ਇਹ ਹਕੀਕਤ ਆ। ਤਾਂ ਇਹ ਸਾਰੀ ਖੇਡ ਇਸੇ ਤਰ੍ਹਾਂ ਹੀ ਖੇਡੀ ਗਈ ਹੈ। ਦੱਸਦੇ ਆ ਕਿ 75 ਤੋਂ ਲੈ ਕੇ 180 ਰੁਪਏ ਸਿੰਡੀਕੇਟ ਵੱਲੋਂ ਪ੍ਰਤੀ ਬੋਤਲ ਕਮਿਸ਼ਨ ਲਿਆ ਗਿਆ। ਇਹ ਇੱਕ ਦੋਸ਼ ਆ। ਦੂਜਾ ਇਸ ਅਨਵਰ ਤੇ ਕਿ ਦੇਸੀ ਸ਼ਰਾਬ ਬਣਵਾ ਕੇ ਬਗੈਰ ਹਿਸਾਬ ਕਿਤਾਬ ਦੇ ਸਰਕਾਰੀ ਦੁਕਾਨਾਂ ਰਾਹੀਂ ਵੇਚੀ ਤੇ ਡੁਪਲੀਕੇਟ ਹੋਲੋਗ੍ਰਾਮ ਦਿੱਤੇ ਗਏ, ਨਕਲੀ ਬੋਤਲਾਂ ਨਗਦ ਖਰੀਦੀਆਂ ਗਈਆਂ, ਗੈਰ ਕਾਨੂੰਨੀ ਸ਼ਰਾਬ ਵੇਚਣ ਲਈ ਲੋਕਾਂ ਨੂੰ ਸਿਖਲਾਈ ਦਿੱਤੀ ਗਈ। ਤੇ ਤੀਜਾ ਵਿਦੇਸ਼ੀ ਸ਼ਰਾਬ ਸਪਲਾਇਰਾਂ ਤੇ ਇਹਨਾਂ ਨੇ ਜਿਹੜੇ ਨਾਲ ਹੋਰ ਸੀ FF10A ਲਾਇਸੈਂਸ ਧਾਰਕਾਂ ਤੋਂ ਕਮਿਸ਼ਨ ਲਿਆ। ਤੋਂ ਵੱਡੇ ਦੋਸ਼ ਨੇ। 2000 ਕਰੋੜ ਦਾ ਮੁੱਢਲੇ ਤੌਰ ਤੇ ਇਹ ਸ਼ਰਾਬ ਘੁਟਾਲਾ ਇੱਕ ਹੋਰ ਸਟੇਟ ਚੋਂ ਨਿਕਲ ਆਇਆ ਜੀ। ਸ਼ਰਾਬ ਘੁਟਾਲੇ ਜਿਸ ਤਰੀਕੇ ਦੇ ਨਾਲ ਨਿਕਲ ਰਹੇ ਆ, ਮੈਨੂੰ ਲੱਗਦਾ ਕਮਾਈ ਹੁਣ ਇਧਰੋਂ ਰਹਿ ਗਈ ਆ ਬਹੁਤੇ ਬੰਦਿਆਂ ਨੂੰ। ਇਧਰੋਂ ਉਹਦੇ 'ਚ ਇਹ ਹੈ ਨਾ ਕਿ ਟੈਕਸਾਂ ਦਾ ਕੇਂਦਰੀਕਰਨ ਹੋ ਗਿਆ। ਲੋਕਲ ਸਰਕਾਰ ਦੇ ਪੱਲੇ 2-3 ਚੀਜ਼ਾਂ ਹੁੰਦੀਆਂ, ਪੈਟਰੋਲ ਡੀਜ਼ਲ। ਪੈਟਰੋਲ ਡੀਜ਼ਲ ਤੇ ਕੋਈ ਇੰਨੀ ਜ਼ਿਆਦਾ ਹੇਰਾਫੇਰੀ ਹੋ ਨਹੀਂ ਸਕਦੀ। ਫਿਰ ਰਹਿ ਗਿਆ ਇੱਕ ਰੇਤਾ, ਆ ਜਿਹੜੀ ਆ ਰੇਤਾ ਬਜਰੀ ਕੱਢ ਕੇ ਵੇਚਦੇ ਨੇ। ਇੱਕ ਰਹਿ ਗਈ ਬਿਜਲੀ, ਉਹਦੇ 'ਚ ਵੀ ਕੋਈ ਹੇਰਾਫੇਰੀ ਨਹੀਂ ਜ਼ਿਆਦਾ ਹੁੰਦੀ। ਸਿੱਧੀ ਹੇਰਾਫੇਰੀ ਵਾਲੀ ਜਗ੍ਹਾ ਹੈ ਸ਼ਰਾਬ ਤੇ ਰੇਤਾ ਬਜਰੀ। ਤੇ ਸੁੱਖ ਨਾਲ ਪੰਜਾਬ 'ਚ ਵੀ ਦੋਨਾਂ ਕੰਮਾਂ 'ਚ ਤੁਹਾਨੂੰ ਪਤਾ ਹੀ ਹੈ ਕਿ ਹੱਥ ਮੋਟਾ ਹੀ ਵੱਜਦਾ ਹੈ। ਇਹ ਤਾਂ ਹੈ ਜੀ। ਸੋ ਜ਼ੋਰ ਲਾਈ ਜਾਂਦੇ ਨੇ, ਹਰ ਬੰਦਾ ਆਪਣੇ ਵੱਲੋਂ ਲੱਗਾ ਹੋਇਆ ਵੀ ਜੇਬ ਭਾਰੀ ਕਰ ਲਈਏ। ਜੇਬ ਭਾਰੀ ਕਰਨ ਦੇ ਚੱਕਰ ਕਈ ਵਾਰੀ ਆਪ ਹਲਕੇ ਹੋ ਜਾਂਦੇ ਨੇ। ਸੋ ਇਦਾਂ ਹੀ ਚੱਲੀ ਜਾਂਦਾ। ਮਿੰਟੂ ਜੀ ਤੁਸੀਂ ਖਬਰਾਂ ਦੇ ਉੱਪਰ ਬਾਕੀ ਤੁਸੀਂ ਦਰੁਸਤੋ ਕਾਊਂਟਿੰਗ 13 ਦੀ ਹੈ ਜੀ। 13 ਦੀ ਹੈ ਜੀ 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 13 ਤਰੀਕ ਨੂੰ ਕਾਊਂਟਿੰਗ ਹੋਵੇਗੀ। ਸੋ ਮੋਹਰ ਲਾ ਦਿੱਤੀ ਹੈ ਮਿੰਟੂ ਜੀ ਨੇ। ਸੋ ਇਲੈਕਸ਼ਨ ਕਮਿਸ਼ਨ ਨੇ ਅਨਾਉਂਸ ਕੀਤਾ ਸੀ ਤੇ ਉਹਦੇ ਤੇ ਪੁਖਤਾ ਜਾਣਕਾਰੀ ਵੀ ਮਿੰਟੂ ਜੀ ਨੇ ਤੁਹਾਡੇ ਨਾਲ ਸਾਂਝੀ ਕਰਤੀ ਕਿ 13 ਤਰੀਕ ਨੂੰ ਰਿਜ਼ਲਟ ਆਊਗਾ। ਉਸ ਦਿਨ ਵੀ ਅਸੀਂ ਪਲ ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਕੌਣ ਅੱਗੇ ਤੇ ਕੌਣ ਪਿੱਛੇ ਆ। ਮਿੰਟੂ ਜੀ ਵੀ ਨਾਲ ਜੁੜਨਗੇ। ਉਸ ਦਿਨ ਵੀ ਚਾਨਣਾ ਪਾਵਾਂਗੇ ਹਰ ਖਬਰ ਤੇ ਕੀ ਕੁਝ ਚੱਲ ਰਿਹਾ, ਕੌਣ ਅੱਗੇ ਕੌਣ ਪਿੱਛੇ, ਸਾਰੀਆਂ ਗੱਲਾਂ ਖੋਲ ਕੇ ਰੱਖਾਂਗੇ। ਸੋ ਮਿੰਟੂ ਜੀ ਤੁਸੀਂ ਚਾਨਣਾ ਪਾਇਆ ਹਰ ਇੱਕ ਖਬਰ ਤੇ ਬੜੇ ਚੰਗੇ ਤਰੀਕੇ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਖਬਰਾਂ ਦਾ ਵਿਸ਼ਲੇਸ਼ਣ ਹੋਇਆ ਬੜੇ ਚੰਗੇ ਤਰੀਕੇ ਦੇ ਨਾਲ। ਹਰ ਇੱਕ ਖਬਰ ਦੀ ਤਹਿ ਤੱਕ ਤਫਸੀਲ ਦੇ ਵਿੱਚ ਜਾ ਕੇ ਉਸ ਤੇ ਚਾਨਣਾ ਪਾਇਆ ਕੀ ਕੁਝ ਦੀਨ ਦੁਨੀਆ ਦੇ ਵਿੱਚ ਖਾਸ ਤੌਰ ਤੇ ਪੰਜਾਬ ਤੇ ਭਾਰਤ ਦੇ ਵਿੱਚ ਵਾਪਰ ਰਿਹਾ ਹੈ। ਤੁਹਾਡੇ ਨਾਲ ਸਾਂਝ ਪਾਈ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ।
ਤੇ ਜੇਕਰ ਤੁਸੀਂ ਫੇਸਬੁੱਕ ਅਤੇ YouTube ਦੇ ਉੱਪਰ ਸਾਡੇ ਨਾਲ ਨਹੀਂ ਜੁੜੇ ਹੋਏ, ਫੇਸਬੁੱਕ ਉੱਪਰ ਪੰਜਾਬੀ ਰੇਡੀਓ USA ਦੇ ਪੇਜ ਨੂੰ ਫੋਲੋ ਕਰ ਲਓ ਅਤੇ YouTube ਤੇ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਮੁੜ ਤੋਂ ਜੁੜਦੇ ਹਾਂ। ਧੰਨਵਾਦ।